Good morning dear students. In previous video we discussed about large measurement of length and mass. In this video we are going to discuss what are the units for small measurement, and we will discuss what is the ecosystem and where we used these ecosystem. So first of all we will discuss about eco. What is the eco? ਈਕੋ ਦੇਖੋ ਕੀ ਹੁੰਦਾ ਵਾ। ਈਕੋ ਐਕਚੁਅਲ ਦੇ ਵਿੱਚ ਕੀ ਆ, ਸਾਊਂਡ ਦੀ ਰੈਪੀਟੇਸ਼ਨ ਆ। ਕਦੋਂ? ਜਦੋਂ ਕੋਈ ਆਪਣੀ ਸਾਊਂਡ ਵੇਵ ਆ ਕਿਸੇ ਆਬਜੈਕਟ ਦੇ ਨਾਲ ਸਟ੍ਰਾਈਕ ਕਰਦੀ ਹੈ, ਉਸ ਨੂੰ ਆਪਾਂ ਕੀ ਕਹਿ ਦਿੰਦੇ ਆ? ਈਕੋਸਿਸਟਮ। ਦ ਫਿਨੋਮੀਨਾ ਆਫ ਰਿਫਲੈਕਸ਼ਨ ਆਫ ਸਾਊਂਡ ਵੈਨ ਸਟ੍ਰਾਈਕ ਵਿਦ ਹਾਰਡ ਆਬਜੈਕਟ। ਮਤਲਬ ਜਦੋਂ ਵੀ ਸਾਊਂਡ ਜਿਹੜੀ ਆ ਉਹ ਕਿਸੇ ਹਾਰਡ ਆਬਜੈਕਟ ਦੇ ਨਾਲ ਸਟ੍ਰਾਈਕ ਕਰੂਗੀ, ਉਹ ਰਿਫਲੈਕਟ ਹੋ ਕੇ ਵਾਪਸ ਆ ਜਾਂਦੀ ਹੈ। ठीक है, इस ਆਪਾਂ ਕਹਿ ਦਿੰਦੇ ਆ ਈਕੋਸਿਸਟਮ। ਹੁਣ ਦੇਖੋ ਜਦੋਂ ਸਾਊਂਡ ਕਿਸੇ ਆਬਜੈਕਟ ਦੇ ਨਾਲ ਸਟ੍ਰਾਈਕ ਕਰੂਗੀ, ਉਹ ਰਿਫਲੈਕਟ ਵੀ ਕਰੂਗੀ। ਆਪਣੇ ਕੋਲ ਜਿਹੜਾ ਟਾਈਮ ਆ, ਠੀਕ ਹੈ, ਇੱਕ ਸਾਈਡ ਦਾ ਜੋ ਟਾਈਮ ਆ ਆਪਾਂ ਕੀ ਕਰਨਾ ਵਾ t/2, ਕਿਉਂਕਿ ਟੋਟਲ ਟਾਈਮ ਦੇਖਣਾ ਹੁੰਦਾ। ਟੋਟਲ ਟਾਈਮ ਜਦੋਂ ਵੇਵ ਗਈ ਸੀ ਤੇ ਰਿਫਲੈਕਟ ਹੋ ਕੇ ਵਾਪਸ ਆ ਗਈ। ਜਾਂ ਆਪਾਂ ਕੀ ਕਹਿ ਸਕਦੇ ਆ ਕਿ ਸਾਊਂਡ ਨੇ ਡਬਲ ਡਿਸਟੈਂਸ ਕਵਰ ਕੀਤਾ। ਦੇਖੋ ਕਿਦਾਂ, ਪਹਿਲਾਂ ਸਾਊਂਡ ਇਸ ਡਾਇਰੈਕਸ਼ਨ 'ਚ ਟਰੈਵਲ ਕੀਤੀ, ਵਾਪਸ ਜਦੋਂ ਰਿਫਲੈਕਟ ਹੋ ਗਈ ਆਹੀ ਡਿਸਟੈਂਸ ਉਹਨੇ ਦੁਬਾਰਾ ਕਵਰ ਕਰ ਲਿਆ। ਇਹਦਾ ਮਤਲਬ ਜਿਹੜੀ ਸਾਊਂਡ ਵੇਵ ਜਦੋਂ ਰਿਫਲੈਕਟ ਹੋ ਕੇ ਵਾਪਸ ਆਊਗੀ, ਉਹਨੇ ਡਿਸਟੈਂਸ ਕੀ ਕਰ ਲੈਣਾ? ਡਬਲ ਕਵਰ ਕਰਨਾ। ਠੀਕ ਹੈ, ਇਸ ਕਰਕੇ ਆਪਾਂ ਡਿਸਟੈਂਸ ਨੂੰ 2d ਲਵਾਂਗੇ, ਮਤਲਬ ਡਿਸਟੈਂਸ ਆ ਜਿਹੜਾ ਡਬਲ ਕਵਰ ਕਰਨਾ। ਹੁਣ ਇਹਦੀਆਂ ਕੁਝ ਐਪਲੀਕੇਸ਼ਨ ਆ ਜੋ ਆਪਾਂ ਯੂਜ਼ ਕਰਨੀਆਂ। ਪਹਿਲੀ ਜੋ ਆ ਐਪਲੀਕੇਸ਼ਨ ਰਡਾਰ, ਕਿ ਇਹ ਜਿਹੜਾ ਈਕੋ ਮੈਥਡ ਆ ਰਡਾਰ ਚੀਜ਼ ਹੁੰਦਾ। ਪਹਿਲਾਂ ਇਹਦੀ ਫੁੱਲ ਫਾਰਮ ਦੇਖੋ ਕੀ ਹੁੰਦੀ ਆ ਰਡਾਰ ਦੀ। ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ। ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ ਇਹ ਰਡਾਰ ਦੀ ਫੁੱਲ ਫਾਰਮ ਆ। ਹੁਣ ਇਹ ਮੈਥਡ ਪ੍ਰਿੰਸੀਪਲ ਸੇਮ ਹੀ ਆ। ਇਹਨਾਂ ਦਾ ਪ੍ਰਿੰਸੀਪਲ ਕੀ ਹੈ? ਈਕੋ ਸਿਸਟਮ ਦੇ ਉੱਤੇ ਬੇਸਡ ਆ ਇਹ। ਹੁਣ ਇਹ ਰਡਾਰ ਆਪਾਂ ਕਿਹਦੇ ਲਈ ਯੂਜ਼ ਕਰਦੇ ਆ? ਜੋ ਰਡਾਰ ਆ ਉਹ ਆਪਾਂ ਯੂਜ਼ ਕਰਦੇ ਆ ਕਿਸੇ ਵੀ ਐਰੋਪਲੇਨ ਜਾਂ 에ਅਰਕ੍ਰਾਫਟ ਨੂੰ ਦੀ ਪੋਜੀਸ਼ਨ ਨੂੰ ਡਿਟੈਕਟ ਕਰਨ ਦੇ ਲਈ, ਕਿ ਕਿਸੇ ਵੀ 에ਅਰ ਸਟੇਸ਼ਨ ਤੋਂ ਕਿੰਨੀ ਕੀ ਦੂਰ ਆ, ਉਸ ਦੇ ਲਈ ਆਪਾਂ ਯੂਜ਼ ਕਰਦੇ ਆ ਰਡਾਰ। ਠੀਕ ਹੈ, ਇਹਦੇ ਲਈ ਆਪਾਂ ਕਿਹਦੇ ਲਈ ਯੂਜ਼ਫੁਲ ਹੈ ਇਹ? ਜੇ ਆਪਾਂ ਕਿਸੇ ਐਰੋਪਲੇਨ ਜਾਂ ਕਿਸੇ ਵੀ 에ਅਰਕ੍ਰਾਫਟ ਦੀ ਪੋਜੀਸ਼ਨ ਨੂੰ ਡਿਟੈਕਟ ਕਰਨਾ ਕਿ ਉਹ ਕਿੰਨੀ ਕੀ ਦੂਰ ਆ, ਕਿਸ ਪੋਜੀਸ਼ਨ ਤੇ। ਇਹਦੇ ਵਿੱਚ ਕੀ ਹੁੰਦਾ ਵਾ, ਆਪਣੇ ਕੋਲ ਕਿਸੇ ਵੀ ਰੇਡੀਓ ਸਟੇਸ਼ਨ ਤੋਂ ਰੇਡੀਓ ਵੇਵ ਸੈਂਡ ਕਰਦੇ ਆ, ਜਾਂ ਮਾਈਕ੍ਰੋਵੇਵ ਹੁੰਦੀਆਂ ਜਾਂ ਰੇਡੀਓ ਵੇਵ। ਉਹ ਜਦੋਂ ਰੇਡੀਓ ਵੇਵ ਜਾਂ ਮਾਈਕ੍ਰੋਵੇਵ ਐਰੋਪਲੇਨ ਦੇ ਨਾਲ ਸਟ੍ਰਾਈਕ ਕਰਦੀਆਂ, ਉਹ ਸਟ੍ਰਾਈਕ ਕਰਕੇ ਵਾਪਸ ਆ ਜਾਂਦੀਆਂ। ਜਦੋਂ ਵਾਪਸ ਆਉਣਗੀਆਂ, ਇੱਥੇ ਕੀ ਆ, ਟਰਾਂਸਮਿਟਰ ਦਾ ਹੁੰਦਾ, ਇੱਕ ਰਿਸੀਵਰ ਹੁੰਦਾ। ਰਿਸੀਵਰ ਨੇ ਉਹ ਜਿਹੜਾ ਸਿਗਨਲ ਆ ਰਿਸੀਵ ਕਰ ਲੈਣਾ ਤੇ ਸਕਰੀਨ ਦੇ ਉੱਤੇ ਉਸ ਸਿਗਨਲ ਨੂੰ ਸ਼ੋਅ ਕਰਨ ਲੱਗ ਜਾਂਦਾ। ਆਪਾਂ ਟਾਈਮ ਨੋਟ ਕਰ ਲਾਂਗੇ ਕਿ ਕਦੋਂ ਆਪਾਂ ਸਿਗਨਲ ਨੂੰ ਸੈਂਡ ਕੀਤਾ ਸੀਗਾ ਤੇ ਕਿੰਨੇ ਟਾਈਮ ਦੇ ਵਿੱਚ ਰਿਫਲੈਕਟ ਹੋ ਕੇ ਵਾਪਸ ਆ ਗਿਆ। ਠੀਕ ਹੈ, ਤੇ ਇਸ ਤਰ੍ਹਾਂ ਆਪਾਂ ਇਸ ਦੀ ਪੋਜੀਸ਼ਨ ਫਾਈਂਡ ਕਰ ਸਕਦੇ ਹਾਂ। ਕਿੱਦਾਂ? ਦੇਖੋ ਆਪਾਂ ਨੂੰ ਫਾਰਮੂਲਾ ਪਤਾ, ਸਪੀਡ ਕੀ ਹੁੰਦੀ ਹੈ? ਡਿਸਟੈਂਸ ਓਵਰ ਟਾਈਮ। ਹੁਣ ਜਿਹੜੀਆਂ ਰੇਡੀਓ ਵੇਵਸ ਆ ਜਾਂ ਮਾਈਕ੍ਰੋਵੇਵ ਆ, ਉਹ ਸਪੀਡ ਆਫ ਲਾਈਟ ਦੇ ਨਾਲ ਟਰੈਵਲ ਕਰਦੀਆਂ ਹਨ। ਮਤਲਬ ਆਪਾਂ ਇਹਨੂੰ ਇਦਾਂ ਲਿਖ ਸਕਦੇ ਹਾਂ, c ਡਿਸਟੈਂਸ ਮੈਂ ਤੁਹਾਨੂੰ ਕੀ ਕਿਹਾ ਸੀ? ਡਬਲ ਕਵਰ ਕਰੂਗਾ। ਇੱਕ ਵਾਰੀ ਰਿਫਲੈਕਟ ਜਾਂਦਾ, ਇੱਕ ਵਾਰੀ ਆਉਂਦਾ, ਡਬਲ ਡਿਸਟੈਂਸ ਹੋ ਗਿਆ 2d / t। ਆਪਾਂ ਡਿਸਟੈਂਸ ਫਾਈਂਡ ਕਰਨਾ। ਡਿਸਟੈਂਸ ਕੀ ਆ ਗਿਆ ਆਪਣੇ ਕੋਲ? ਡਿਸਟੈਂਸ ਇਕੁਅਲ ਟੂ c * t / 2। ਇਸ ਮੈਥਡ ਦੇ ਨਾਲ ਆਪਾਂ, ਇਸ ਫਾਰਮੂਲੇ ਦੇ ਨਾਲ ਆਪਾਂ ਡਿਸਟੈਂਸ ਕੈਲਕੂਲੇਟ ਕਰ ਸਕਦੇ ਹਾਂ ਕਿ ਉਹ ਵਾਲਾ ਐਰੋਪਲੇਨ ਜਾਂ 에ਅਰਕ੍ਰਾਫਟ ਕਿੰਨੀ ਕੀ ਦੂਰ ਆ ਕਿਸੇ ਵੀ ਰੇਡੀਓ ਸਟੇਸ਼ਨ ਤੋਂ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਵਾ ਸੋਨਾਰ। ਸੈਕਿੰਡ ਜੋ ਐਪਲੀਕੇਸ਼ਨ ਆ ਸੋਨਾਰ, ਇਹਦੇ ਵਿੱਚ ਇਹਦੀ ਪਹਿਲਾਂ ਫੁੱਲ ਫਾਰਮ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ ਇਹਦੀ ਫੁੱਲ ਫਾਰਮ ਆ। ਪ੍ਰਿੰਸੀਪਲ ਇਹਦਾ ਸੇਮ ਆ, ਪ੍ਰਿੰਸੀਪਲ ਇਹਦਾ ਇਕੋਸਿਸਟਮ ਹੀ ਆ। ਹੁਣ ਇਹ ਆਪਾਂ ਯੂਜ਼ ਕਿੱਥੇ ਕਰਦੇ ਆ? मतलब जो सोनार आ वो यूज कितने होंदा
ਇਹਦੇ ਲਈ ਆਪਾਂ ਇਹਨੂੰ ਯੂਜ਼ ਕਰਕੇ ਕਿਸੇ ਵੀ ਸੀ ਦੀ ਜਾਂ ਰਿਵਰ ਦੀ ਜਿਹੜੀ ਡੈਪਥ ਆ ਉਹ ਫਾਈਂਡ ਕਰ ਸਕਦੇ ਆ। ਠੀਕ ਹੈ ਕਿ ਉਹਦੀ ਡੂੰਘਾਈ ਕਿੰਨੀ ਕੀ ਆ। ਇਹਦੇ ਵਿੱਚ ਜਿਹੜੀਆਂ ਆਪਾਂ ਇਹਦੇ 'ਚ ਕਿਹੜੀਆਂ ਵੇਵ ਭੇਜੀਆਂ ਸੀ, ਰਡਾਰ 'ਚ ਰੇਡੀਓ ਜਾਂ ਮਾਈਕ੍ਰੋਵੇਵ, ਪਰ ਸੁਨਾਰ ਦੇ ਵਿੱਚ ਜਿਹੜੀਆਂ ਆਪਾਂ ਵੇਵ ਭੇਜਦੇ ਆ ਉਹਨਾਂ ਵੇਵਸ ਨੂੰ ਆਪਾਂ ਕਹਿ ਦਿੰਦੇ ਆ ਅਲਟਰਾਸੋਨਿਕ ਵੇਵ। ਅਲਟਰਾਸੋਨਿਕ ਵੇਵਸ ਭੇਜਦੇ ਆ ਆਪਾਂ। ਕੀ ਕਰਦੇ ਆ, ਕਿਸੇ ਵੀ ਸ਼ਿਪ ਤੋਂ ਆਪਾਂ ਅਲਟਰਾਸੋਨਿਕ ਵੇਵ ਉਹਦੇ ਬਾਟਮ ਦੇ ਵੱਲ ਸੈਂਡ ਕਰਦੇ ਆ। ਜਦੋਂ ਬਾਟਮ ਖਤਮ ਹੋ ਗਿਆ ਉਹ ਬਾਟਮ ਦੇ ਨਾਲ ਸਟ੍ਰਾਈਕ ਕਰਕੇ ਵਾਪਸ ਆ ਜਾਂਦੇ ਆ। ਉਸੇ ਤਰ੍ਹਾਂ ਇਹਦੇ 'ਚ ਫੇਰ ਟਰਾਂਸਮਿਟਰ ਜਾਂ ਰਿਸੀਵਰ ਲੱਗਿਆ ਹੁੰਦਾ ਵਾ, ਉਹਨੇ ਵੇਵ ਨੂੰ ਰਿਸੀਵ ਕਰ ਲੈਣਾ, ਆਪਾਂ ਟਾਈਮ ਨੋਟ ਕਰ ਲੈਣਾ ਜਦੋਂ ਵੇਵ ਥੱਲੇ ਭੇਜੀ ਸੀ ਤੇ ਜਦੋਂ ਵਾਪਸ ਆ ਗਈ ਕਿੰਨੇ ਟਾਈਮ ਦੇ ਵਿੱਚ ਵਾਪਸ ਆਈ, ਉਹ ਟਾਈਮ ਆਪਾਂ ਨੋਟ ਕਰ ਲਾਂਗੇ। ਉਸੇ ਤਰ੍ਹਾਂ ਡਿਸਟੈਂਸ ਫੇਰ ਦੇਖੋ ਡਬਲ ਹੋ ਗਿਆ। ਇਸ ਮੈਥਡ ਨੂੰ ਯੂਜ਼ ਕਰਕੇ ਆਪਾਂ ਫੇਰ ਜਿੰਨਾ ਡਿਸਟੈਂਸ ਹੋਊਗਾ ਉਹ ਸੀ ਦੀ ਕੀ ਹੋਊਗੀ ਜਾਂ ਰਿਵਰ ਦੀ ਡੈਪਥ ਹੁੰਦੀ ਹੈ। ਇਹਦੇ 'ਚ ਸਾਊਂਡ ਦੀ ਜਿਹੜੀ ਵੈਲੋਸਿਟੀ ਆ ਉਹਨੂੰ ਆਪਾਂ v ਰੱਖਾਂਗੇ। ਠੀਕ ਹੈ, v ਇਕੁਅਲ ਟੂ ਸਿਰਫ ਕੀ ਕਰਨਾ ਆਪਾਂ ਰਿਪਲੇਸ ਕਰ ਦੇਣਾ d ਇਕੁਅਲ ਟੂ v ਇਨਟੂ t ਬਾਈ 2, ਕਿਉਂਕਿ ਜਿਹੜੀਆਂ ਅਲਟਰਾਸੋਨਿਕ ਵੇਵ ਆ ਉਹਨਾਂ ਦੀ ਆਪਣੀ ਕੋਈ ਅਲੱਗ ਵੈਲੋਸਿਟੀ ਹੁੰਦੀ ਹੈ, ਲਾਈਟ ਦੀ ਸਪੀਡ ਦੇ ਨਾਲ ਟਰੈਵਲ ਨਹੀਂ ਕਰਦੀਆਂ। ਠੀਕ ਹੈ, ਇਹ ਸੀਗਾ ਆਪਣੇ ਕੋਲ ਸੈਕਿੰਡ ਮੈਥਡ ਸੋਨਾਰ। ਥਰਡ ਜੋ ਮੈਥਡ ਆਪਣੇ ਕੋਲ ਉਹ ਹੈ ਲੇਜ਼ਰ ਮੈਥਡ। ਲੇਜ਼ਰ ਦੀ ਪਹਿਲਾ ਫੁੱਲ ਫਾਰਮ ਕੀ ਆ, ਲਾਈਟ ਐਮਪਲੀਫਿਕੇਸ਼ਨ ਬਾय stimulated emission of radiations। ਇਹਦੀ ਫੁੱਲ ਫਾਰਮ ਆ ਲਾਈਟ ਐਮਪਲੀਫਿਕੇਸ਼ਨ ਬਾय stimulated emission of radiation। ਇਹ ਲੇਜ਼ਰ ਦੀ ਫੁੱਲ ਫਾਰਮ ਆ। ਪ੍ਰਿੰਸੀਪਲ ਕਿਉਂਕਿ ਆਪਾਂ ਐਪਲੀਕੇਸ਼ਨ ਉਹਦੀਆਂ ਕਰਦੇ ਪਏ ਇੱਕੋ ਦੀਆਂ, ਪ੍ਰਿੰਸੀਪਲ ਸਾਰਿਆਂ ਦਾ ਸੇਮ ਆ, ਇੱਕੋ ਮੈਥਡ। ਠੀਕ ਹੈ, ਜਿਹਨੂੰ ਰਿਫਲੈਕਸ਼ਨ ਆਫ ਸਾਊਂਡ ਵੀ ਕਹਿ ਦਿੰਦੇ ਆਪਾਂ। ਹੁਣ ਇਹ ਮੈਥਡ ਜਿਹੜਾ ਵਾ ਉਹ ਆਪਾਂ ਕਿਹਦੇ ਲਈ ਫਾਈਂਡ ਕਰਦੇ ਆ, ਉਹ ਆਪਾਂ ਯੂਜ਼ ਕਰਦੇ ਆ ਜਿਵੇਂ ਮੂਨ ਦਾ ਡਿਸਟੈਂਸ ਅਰਥ ਤੋਂ ਫਾਈਂਡ ਕਰਨਾ ਵਾ। ਠੀਕ ਆ, ਉਹਦੇ ਲਈ ਆਪਾਂ ਯੂਜ਼ ਕਰਦੇ ਆ। ਤੇ ਇਹਦੇ 'ਚ ਕੀ ਹੁੰਦਾ, ਆਪਾਂ ਜਿਹੜੀ ਲੇਜ਼ਰ ਲਾਈਟ ਆ ਉਹ ਮੂਨ ਦੇ ਵੱਲ ਸੈਂਡ ਕਰਾਂਗੇ, ਰਿਫਲੈਕਟ ਹੋ ਕੇ ਕਿੰਨੇ ਟਾਈਮ 'ਚ ਵਾਪਸ ਆਈ ਉਹ ਲਾਈਟ, ਉਹ ਟਾਈਮ ਨੋਟ ਕਰਨਾ ਹੁੰਦਾ। ਮੈਥਡ ਸੇਮ, ਡਿਸਟੈਂਸ ਇਕੁਅਲ ਟੂ c * t ਬਾਈ 2, ਕਿਉਂਕਿ ਜੋ ਲੇਜ਼ਰ ਲਾਈਟ ਆ ਉਹਦੀ ਸਪੀਡ ਆਫ ਲਾਈਟ ਜਿਹੜੀ ਆ ਉਹ ਸਪੀਡ ਆਫ ਲਾਈਟ ਦੇ ਇਕੁਅਲ ਹੀ ਹੋਊਗੀ 3.1 × 10⁸ ਹੁੰਦੀ ਵੈਲਿਊ। ਕਿੰਨੇ ਟਾਈਮ ਤੇ ਉਹ ਆਪਾਂ ਟਾਈਮ ਦੀ ਵੈਲਿਊ ਪੁੱਟ ਕਰਕੇ ਡਿਸਟੈਂਸ ਕੈਲਕੂਲੇਟ ਕਰ ਸਕਦੇ ਹਾਂ। ਇਹ ਸੀ ਆਪਣੇ ਕੋਲ 3 ਮੈਥਡ ਜਿਹੜੇ ਇਕੋਸਿਸਟਮ ਦੇ ਵਿੱਚ ਆਪਾਂ ਕਰਦੇ ਸੀ, ਰਡਾਰ, ਸੋਨਾਰ ਤੇ ਲੇਜ਼ਰ। ਇਹਨਾਂ ਦੀਆਂ ਐਪਲੀਕੇਸ਼ਨ ਕਿੱਥੇ ਯੂਜ਼ ਹੁੰਦੀਆਂ ਤੇ ਕਿਹੜੀਆਂ ਆਪਾਂ ਵੇਵ ਸੈਂਡ ਕੀਤੀਆਂ, ਇਹਨਾਂ ਦੇ ਵਿੱਚ ਇੰਨਾ ਹੀ ਕਰਨਾ ਸੀਗਾ ਆਪਾਂ। ਤੇ ਨੈਕਸਟ ਜੋ ਮੈਥਡ ਆਪਣੇ ਕੋਲ ਉਹ ਹੈਗਾ ਸਮਾਲ ਮੈਜ਼ਰਮੈਂਟ ਦੇ ਲਈ। ਪ੍ਰੀਵੀਅਸ ਲੈਕਚਰ 'ਚ ਆਪਾਂ ਲਾਰਜ ਮੈਜ਼ਰਮੈਂਟ ਕੀਤੀਆਂ ਸੀ, ਇਹਦੇ 'ਚ ਆਪਾਂ ਹੁਣ ਕਰਨਾ ਸਮਾਲ ਮੈਜ਼ਰਮੈਂਟ। ਮਤਲਬ ਆਪਾਂ ਫਾਈਂਡ ਕਰਨ ਲੱਗਿਆ ਇੱਕ ਐਟਮ ਦਾ ਸਾਈਜ਼ ਜੇ ਫਾਈਂਡ ਕਰਨਾ, ਉਹ ਕਿੱਦਾਂ ਫਾਈਂਡ ਕਰ ਸਕਦੇ। ਐਟਮ ਆਪਾਂ ਦੇਖ ਨਹੀਂ ਸਕਦੇ, ਪਰ ਆਪਾਂ ਉਹਦਾ ਜਿਹੜਾ ਸਾਈਜ਼ ਆ ਉਹ ਫਾਈਂਡ ਕਰ ਸਕਦੇ ਹਾਂ ਮੈਥਡ ਯੂਜ਼ ਕਰਕੇ। ਠੀਕ ਹੈ, ਜਿਵੇਂ ਕਿ ਆਪਣੇ ਕੋਲ ਸਮਾਲ ਮੈਜ਼ਰਮੈਂਟ ਆ, ਐਟਮ ਦਾ ਸਾਈਜ਼ ਫਾਈਂਡ ਕਰਨਾ, ਉਹਦੇ ਲਈ ਜੋ ਮੈਥਡ ਆਪਣੇ ਕੋਲ ਉਹ ਹੈਗਾ ਐਵੋਗੈਡਰੋਸ ਹਾਈਪੋਥੈਸਿਸ। ਐਵੋਗੈਡਰੋ ਹਾਈਪੋਥੈਸਿਸ, ਪਹਿਲਾਂ ਇਹਦੀ ਡੈਫੀਨੇਸ਼ਨ ਦੇਖੋ ਕੀ ਆ, ਕਿ ਆਪਣੇ ਕੋਲ ਕੋਈ ਵੀ ਸਬਸਟੈਂਸ ਆ, ਉਹ ਸਬਸਟੈਂਸ ਕਿਹਦਾ ਬਣਿਆ ਆਪਾਂ ਨੂੰ ਪਤਾ, ਹਰੇਕ ਚੀਜ਼ ਕਿਹਦੀ ਬਣੀ ਹੋਈ ਆ, ਐਟਮ ਦੀ ਬਣੀ ਹੁੰਦੀ ਆ। ਤੇ ਉਹ ਐਟਮ ਜਿਹੜੇ ਆ ਕਿਸੇ ਵੀ ਸਬਸਟੈਂਸ ਦੇ ਵਿੱਚ ਪਏ ਆ, ਉਹ ਜੋ ਵੀ ਵੋਲਿਊਮ ਆਕਿਊਪਾਈ ਕਰਦੇ ਆ, ਠੀਕ ਆ, ਉਹ ਐਟਮ ਦੀ ਜਿੰਨੀ ਵੀ ਵੋਲਿਊਮ ਹੋਊਗੀ ਉਹ ਟੋਟਲ ਵੋਲਿਊਮ ਦਾ 2/3 ਪਾਰਟ ਹੁੰਦੀ ਹੈ। ਠੀਕ ਹੈ, ਜਿਵੇਂ ਆਪਣੇ ਕੋਈ ਗਲਾਸ ਆ, ਠੀਕ ਹੈ, ਗਲਾਸ ਨੂੰ ਆਪਾਂ ਚਾਹੇ ਰੇਤੇ ਨਾਲ ਭਰਤਾ ਜਾਂ ਪਾਊਡਰ ਦੇ ਨਾਲ ਭਰਤਾ, ਠੀਕ ਹੈ, ਉਹ ਗਲਾਸ ਆਪਾਂ ਨੂੰ ਕੀ ਲੱਗੂ, ਪੂਰਾ ਭਰਿਆ, ਉਹਦੀ ਟੋਟਲ ਵੋਲਿਊਮ ਹੋ ਗਈ। ਪਰ ਜਿਹੜੇ ਐਟਮ ਆ ਜਿਨ੍ਹਾਂ ਤੋਂ ਰੇਤਾ ਜਾਂ ਪਾਊਡਰ ਬਣਿਆ ਵਾ, ਉਹ ਐਟਮ ਜਿਹੜਾ ਸਪੇਸ ਆਕਿਊਪਾਈ ਕਰਦੇ ਆ, ਉਹ ਸਪੇਸ ਆਕਿਊਪਾਈ ਕਰਦੇ ਆ ਟੋਟਲ ਵੋਲਿਊਮ ਦਾ ਸਿਰਫ 2/3 ਪਾਰਟ। ਠੀਕ ਹੈ, ਸਿਰਫ 2/3 ਹੀ ਆਕਿਊਪਾਈ ਕਰਨਗੇ। ਇਹਦੀ ਡੈਫੀਨੇਸ਼ਨ ਕੀ ਆ ਐਵੋਗੈਡਰੋ ਹਾਈਪੋਥੈਸਿਸ ਦੀ? ਐਵੋਗੈਡਰੋ ਹਾਈਪੋਥੈਸਿਸ ਕੀ ਆ ਕਿ ਆਪਣੇ ਕੋਲ
total volume occupied by atoms in given substance is equal होगा किदे 2/3 of total volume of given substance दे। ठीक है, कि मतलब कहने का मतलब की है कि जिहड़ी एटम्स की टोटल वॉल्यूम आ वो किहदे बराबर होंदी आ, ओरिजिनल वॉल्यूम के 2/3 पार्ट के इक्वल। देखो कितना, सपोज कर लो अपने को एटम, एटम का अपन शेप पता कितनी होंदी है, स्फेरिकल। इस तरह अपन अरेंज करना स्टार्ट करता, दूसरे इस तरह हो गए, और तुसी देखोगे आ जिहड़ी स्पेस आ ये एम्प्टी रह जाती है, जिहड़े आ वॉइड बचे आ ये स्पेस की है, खाली है। जो आप बॉल नूं एक बॉल की लेयर बनाती, उन्हां दे उत्ते दूसरियां बॉल रखनियां शुरू करतियां, उन्होंने एटम मान लो, तुसी देखोगे विच थोड़ी थोड़ी जगह जिहड़ी आ एम्प्टी रहती है। ठीक है, ये तीजा हिस्सा खाली रहता, मतलब एटम ने जो भी वॉल्यूम ऑक्यूपाई करनी है वो ओरिजिनल वॉल्यूम का कितना होगा, सिर्फ 2/3 पार्ट ही होता। टोटल वॉल्यूम ऑक्यूपाइड बाय द एटम्स इज इक्वल टू 2/3 ऑफ द ओरिजिनल वॉल्यूम ऑफ गिवन सबसटेंस। इसकी डेफिनेशन है। हुण आपां फाइंड की करना, आपां एटम के रेडियस लिए रिलेशन फाइंड करन लगे हैं। जे आपां नूं रेडियस पता लग गया, आपां नूं पता स्फीयर का वॉल्यूम कितना हुंदा 4/3 पाई आर क्यूब। इस तरह आपां दा साइज फाइंड कर सकते हैं। सारे नालों पहला अपने को देखो आपां नूं रेडियस लिए रिलेशन ड्राइव करना, जिहड़ा n अपने कोल की आ एवोगैड्रोस नंबर आ, इसकी वैल्यू आपां नूं पता 6.023 राउंड ऑफ करन तो बाद 3 आ गया, 10⁻23 आ होंदी है। आपां मान लेंगे जो भी अपने कोल सैंपल गिवन आ ਉਹਦਾ ਜਿਹੜਾ ਮੋਲੀਕੂਲਰ ਮਾਸ ਆ ਉਹ ਕੈਪੀਟਲ M ਮੰਨ ਲਿਆ, ਮੋਲੀਕੂਲਰ ਮਾਸ, ਤੇ ਜਿਹੜਾ ਆਪਾਂ ਨੂੰ ਸੈਂਪਲ ਗਿਵਨ ਆ ਉਹਦਾ ਮਾਸ ਜਿਹੜਾ ਵਾ ਮੋਲੀਕੂਲਰ ਮਾਸ ਅਲੱਗ ਹੁੰਦਾ ਵਾ, ਤੇ ਜਿਹੜਾ weight ਆ ਉਹਦਾ ਜਾਂ ਮਾਸ ਆ ਉਹ ਅਲੱਗ ਹੋਊਗਾ। ਠੀਕ ਹੈ, ਜਿਵੇਂ ਆਪਣੇ ਕੋਲ 1 ਗ੍ਰਾਮ ਆ ਮਾਸ, M ਦੀ ਵੈਲਿਊ 1 ਹੋ ਜੂਗੀ। ਹੁਣ ਆਪਾਂ ਕੀ ਕਰਨਾ, ਆਪਾਂ ਫਾਈਂਡ ਕਰਨਾ, ਕਿਉਂਕਿ ਡੈਫੀਨੇਸ਼ਨ 'ਚ ਕੀ ਕਿਹਾ ਆਪਾਂ कि वॉल्यूम जिहड़ी एटम ने ऑक्यूपाई करनी है ਉਹਦੀ ਗੱਲ ਹੋई है, एटम ने कितनी वॉल्यूम ऑक्यूपाई की। ਜਾਂ ਪਹਿਲਾਂ ਆਪਾਂ फाइंड करांगे कितने नंबर ऑफ एटम्स आ उस सैंपल ਦੇ ਵਿੱਚ, फिर ਉਹਨੂੰ एक एटम की वॉल्यूम ਦੇ ਨਾਲ मल्टीप्लाई कर देंगे। ਪਹਿਲਾਂ ਆਪਾਂ फाइंड करना नंबर ऑफ एटम्स इन गिवन सबस्टेंस। नंबर ऑफ एटम्स किसी भी सबसटेंस दे विच या सैंपल दे विच किन्ने आ, उहनूं कैलकुलेट करन दा फॉर्मूला जो हैगा एवोगैड्रो नंबर को डिवाइड कर देना मॉलिक्यूलर मास दे नाल, ते इहनूं मल्टीप्लाई कर दांगे आपां जो भी सैंपल दा मास आ उहनूं स्मॉल m मान लें। ठीक है, जिवें आपां कहा सी 1 ग्राम 2 ग्राम जिन्ना मर्जी हो सकदा। मॉलिक्यूलर मास अलग हुंदा, इहनूं कहंदे आपां मॉलिक्यूलर मास। जिवें वाटर दा मॉलिक्यूलर मास कढना, इनू 2 इंटू हाइड्रोजन के मास के नाल प्लस ऑक्सीजन का 16 18 जो है ना मॉलिक्यूलर मास आ गया। ये मॉलिक्यूलर मास होगा। जिहड़ा आ वाला मास आ वो सैंपल का कितना आपां नूं ओहदा वेट गिवन है। हुण अपने को पता लग गया कि नंबर ऑफ एटम्स अपने को आ वाले आ। आपां नूं पता वॉल्यूम ऑफ 1 एटम, एक एटम का जो वॉल्यूम कितना हुंदा वा, स्फेरिकल होंदा, स्फीयर का वॉल्यूम 4/3 पाई आर क्यूब। ये अपने को एक एटम का वॉल्यूम आ गया। आपको फाइंड की करना टोटल वॉल्यूम ऑफ एटम्स इन गिवन सबस्टेंस। टोटल वॉल्यूम आ जिहड़ा एटम्स का जिहड़ा आपां नूं सैंपल गिवन ਉਹਦੇ ਚ कितना होगा। ਆਪਾਂ ਕੀ ਕਿਹਾ ਸੀ, टोटल नंबर ऑफ एटम्स ਨੂੰ ਮਲਟੀਪਲਾਈ ਕਰ ਦਾਂਗੇ ਕਿਹਦੇ ਨਾਲ, ਇੱਕ ਐਟਮ ਦੇ ਵੋਲਿਊਮ ਦੇ ਨਾਲ। ਇਹਨੂੰ ਇਕੁਏਸ਼ਨ ਨੰਬਰ 1 ਕਹਿ ਦਾਂਗੇ। ਇਹ ਆਪਣੇ ਕੋਲ ਕੀ ਆ ਗਿਆ, ਨੰਬਰ ਆਫ ਐਟਮਸ ਜੋ ਵੀ ਆਪਾਂ ਨੂੰ ਗਿਵਨ ਆ ਉਹਨਾਂ ਦੀ ਟੋਟਲ ਵੋਲਿਊਮ ਕੈਲਕੂਲੇਟ ਕਰਨੀ।
ਜਿੰਨੇ ਨੰਬਰ ਆਫ ਐਟਮ ਸੀ ਉਹਨੂੰ ਆਪਾਂ ਮਲਟੀਪਲਾਈ ਕਰਤਾ ਇੱਕ ਐਟਮ ਦੇ ਵੋਲਿਊਮ ਦੇ ਨਾਲ। ਹੁਣ ਆਪਾਂ ਨੂੰ ਡੈਫੀਨੇਸ਼ਨ ਕੀ ਕਹਿੰਦੀ ਆ? ਅਕੋਰਡਿੰਗ ਟੂ ਡੈਫੀਨੇਸ਼ਨ ਜੇ ਆਪਾਂ ਕੀ ਕਿਹਾ, ਵੋਲਿਊਮ ਆਕਿਊਪਾਈ ਬਾਈ number of atoms in given substance ਜਾਂ ਸੈਂਪਲ। ਕੀ ਕਿਹਾ ਸੀ ਆਪਾਂ ਕਿ ਜਿਹੜੇ ਵੋਲਿਊਮ ਆਕਿਊਪਾਈ ਕਰਦੇ ਐਟਮਸ ਉਹ ਕਿੰਨਾ ਹੋਊਗਾ? 2/3 ਆਫ ओरिजिनल वॉल्यूम। जिन्नी भी ਉਹਦੀ ओरिजिनल वॉल्यूम ਆ ਉਹਦਾ 2/3 ਪਾਰਟ ਹੋਊਗਾ। ਆਪਾਂ ਇੱਥੇ v ਦੀ ਵੈਲਿਊ ਪੁੱਟ ਕਰਨ ਲੱਗੇ ਆ 2/3। ਦੇਖੋ ਆਪਣੇ ਕੋਲ ਡੈਂਸਿਟੀ ਵੀ ਦੇਖ ਹੁੰਦੀ ਹੈ, ਮਾਸ ਓਵਰ ਵੋਲਿਊਮ। ਵੋਲਿਊਮ ਕੀ ਆ ਗਿਆ? ਮਾਸ ਓਵਰ ਡੈਂਸਿਟੀ। ਇਹਦਾ ਮਤਲਬ ਆਪਾਂ v ਦੀ ਜਿਹੜੀ ਵੈਲਿਊ ਆ ਉਹ m ਓਵਰ ρ ਪੁੱਟ ਕਰ ਸਕਦੇ ਹਾਂ, ਕਿਉਂਕਿ ਡੈਂਸਿਟੀ ਹੁੰਦੀ ਆ ਮਾਸ ਪਰ ਯੂਨਿਟ ਵੋਲਿਊਮ। ਫਾਰਮੂਲਾ ਇਹਦਾ वॉल्यूम क्या जो मास ओवर डेंसिटी। v की वैल्यू पुट कर दो मास ओवर डेंसिटी। इक्वेशन नंबर 2। और देखो इक्वेशन नंबर 1 ये भी की है टोटल नंबर ऑफ एटम्स दी वॉल्यूम ते ये भी की है ये भी तो एटम दी वॉल्यूम मतलब दोवें की है वो अपने को वॉल्यूम आ गया की दी एटम दी वॉल्यूम्स आ गया। ठीक है, ਇਹਦਾ मतलब ये दोवें इक्वेशन सेम ही है। फ्रॉम इक्वेशन 1 एंड 2 दोवां ਨੂੰ ਇਕੁਏਟ ਕਰ ਦਾਂਗੇ। फ्रॉम इक्वेशन 1 एंड 2 की बन जाएगा अपने को n/m इंटू m 4/3 पाई r क्यूब इक्वल टू 2/3 m/ρ। 3 ਦੇ ਨਾਲ 3 कैंसल, m ਦੇ ਨਾਲ m कैंसल, आ 2 ਦੇ ਨਾਲ 4 2 रह गया। अपने को की बच गया n/m इंटू 2 पाई r क्यूब इक्वल टू 1/ρ। r क्यूब की वैल्यू तो कैलकुलेट कर लो, आ डिवाइड हो गया सारा, m उत्ते मल्टीप्लाई हो गया m ओवर 2 पाई n ρ। r की वैल्यू कितनी आ गई? रेडियस एटम का m ओवर 2 पाई n ρ। क्यूब रूट कर दो बोथ साइड, क्यूब नाल क्यूब रूट कैंसल, इतने पावर कितनी आ गई 1/3। ये आप ड्राइव करता कि किसी भी एटम का जिहड़ा रेडियस आ वो इस फॉर्मूले दे इक्वल मॉलिक्यूलर मास n एवोगैड्रो नंबर है 2 पाई कांस्टेंट ρ की है उस सबस्टांस की डेंसिटी होती है। इस नु फाइंड करके रेडियस नु फाइंड करके आपां किसी भी एटम का वॉल्यूम फाइंड करते हैं कि उसका साइज कितना होगा। ਇਹ ਸੀਗਾ ਆਪਣੇ ਕੋਲ ਐਟਮ ਦਾ ਵੋਲਿਊਮ ਕੈਲਕੂਲੇਟ ਕਰਨ ਦਾ, ਐਟਮ ਦਾ ਸਾਈਜ਼ ਕੈਲਕੂਲੇਟ ਕਰਨ ਦਾ ਮੈਥਡ ਐਵੋਗੈਡਰੋ ਹਾਈਪੋਥੈਸਿਸ। ਇਹਦੀ ਆਪਾਂ ਡੈਫੀਨੇਸ਼ਨ ਡਿਸਕਸ ਕੀਤੀ ਤੇ ਆਪਾਂ ਰਿਲੇਸ਼ਨ ਫਾਈਂਡ ਕਿਸ ਤਰ੍ਹਾਂ ਕਰ ਸਕਦੇ ਹਾਂ ਰੇਡੀਅਸ ਦੇ ਲਈ ਉਹ ਡਿਸਕਸ ਕੀਤਾ। ਇਹ ਸੀ ਅੱਜ ਦਾ ਆਪਣਾ ਟੌਪਿਕ। ਥੈਂਕਸ।